ਜੀਵਨ 'ਚ ਸਾਨੂੰ ਜਦੋਂ ਕੋਈ ਪਰੇਸ਼ਾਨੀ ਆਉਂਦੀ ਹੈ, ਅਸੀਂ ਫਿਰ ਤਾਂ ਰਾਮ ਰਾਮ ਜਪਦੇ ਹਾਂ, ਉਹਨੂੰ ਯਾਦ ਕਰਦੇ ਹਾਂ। ਅਸੀਂ ਉਹ ਆਪਣਾ ਇੱਕ ਦਾਇਰਾ ਬਣਾ ਲਿਆ ਆਪਣੇ ਜੀਵਨ ਦੇ ਵਿੱਚ, ਇਹੋ ਜਿਹਾ ਜੀਵਨ ਅਸੀਂ ਲੈ ਕੇ ਤੁਰ ਪਏ। ਪਰ ਸੱਚ ਦੇ ਵਿੱਚ ਜੀਵਨ ਨੂੰ ਇਹ ਗੱਲ ਕਦੀ ਸਮਝ ਨਹੀਂ ਆਈ ਕਿ ਉਹ ਪਹਿਲਾਂ ਵੀ ਸੀ, ਮੌਜੂਦਾ ਵੀ ਹੈ, ਅੱਗੇ ਵੀ ਰਹੇਗਾ। ਗੱਲ ਸਿਰਫ ਇੰਨੀ ਹੈ ਕਿ ਅਸੀਂ ਆਭਾਸ ਨਹੀਂ ਕਰਦੇ, ਉਹਨੂੰ ਸਮਝਦੇ ਨਹੀਂ, ਉਹਨੂੰ ਸਮਝਣਾ ਚਾਹੁੰਦੇ ਨਹੀਂ। ਅਤੇ ਫਿਰ ਉਹ ਰਾਮ ਜਿਹੜਾ ਮਹਾਂਪੁਰਸ਼ਾਂ ਦੇ ਵਿੱਚ ਵਾਸ ਕਰਦਾ ਹੈ, ਉਹ ਫਿਰ ਦੁਬਾਰਾ ਕੋਸ਼ਿਸ਼ ਕਰਦਾ ਹੈ। ਉਹ ਕਹਿੰਦਾ ਹੈ ਸਾਡੇ ਵਰਗੇ ਆਮ ਜੀਵਾਂ ਨੂੰ। ਉਹ ਗੱਲ ਵੱਖ ਹੈ ਕਿ ਅਸੀਂ ਇਹ ਜਿਹੜੇ ਸਰੀਰ ਰੂਪ ਰਾਮ ਆਉਂਦੇ ਨੇ, ਅਸੀਂ ਇਹਨਾਂ ਦੇ ਨਾਲ ਜੁੜ ਜਾਂਦੇ ਹਾਂ। ਉਹ ਵੀ ਠੀਕ ਹੈ, ਸਾਡਾ ਸਕੂਨ ਹੈ, ਕਾਰਨ ਉਹ ਦਿਖਦੇ ਨੇ ਸਾਨੂੰ ਸਰੀਰ ਰੂਪ ਦੇ ਵਿੱਚ। ਪਰ ਉਹ ਜਿਹੜਾ ਸੁਨੇਹਾ ਦਿੰਦੇ ਨੇ, ਉਹ ਵੀ ਇਹੀ ਕਹਿੰਦੇ ਨੇ, ਬੰਦੇ ਬੰਦਗੀ ਇਖਤਿਆਰ, ਭਾਵ ਬੰਦਗੀ ਕਰ ਔਰ ਉਸ ਰਾਮ ਨੂੰ ਪਾ ਜਿਹੜਾ ਸਰਵ ਵਿਆਪੀ ਹੈ, ਜਿਹੜਾ ਘਟ ਘਟ ਦੇ ਵਿੱਚ ਵਸਿਆ। ਉਹ ਵੀ ਸੁਨੇਹਾ ਉਹੀ ਦਿੰਦੇ ਨੇ। ਫਿਰ ਅੱਗੇ ਪਰੇਸ਼ਾਨੀ, ਉਹ ਜਿਹੜਾ ਸਰਵ ਵਿਆਪੀ ਰਾਮ ਹੈ, ਜਿਹੜਾ ਨਿਰਾਕਾਰ ਰਾਮ ਹੈ, ਉਹ ਸਾਨੂੰ ਦਿਖਦਾ ਨਹੀਂ, ਉਹ ਦਿਖਦਾ ਨਹੀਂ। ਪਰ ਜਦੋਂ ਦੁੱਖ ਤਕਲੀਫ ਆਉਂਦੀ ਹੈ, ਅਸੀਂ ਉਹਨੂੰ ਆਭਾਸ ਕਰਦੇ ਹਾਂ, ਉਹਨੂੰ ਯਾਦ ਕਰਦੇ ਹਾਂ। ਫਿਰ ਦੂਜੇ ਉਹ ਰਾਮ ਜਿਹੜੇ ਸੰਤ ਮਹਾਂਪੁਰਸ਼ ਸਾਡੇ ਜੀਵਨ ਦੇ ਵਿੱਚ ਆਉਂਦੇ ਨੇ, ਵਿਚਰਦੇ ਨੇ, ਉਹ ਵੀ ਸਾਨੂੰ ਉਹੀ ਚੇਤਾ ਕਰਾਉਂਦੇ ਨੇ ਕਿ ਜੀਵ, ਇਹ ਜੋ ਤੇਰੇ ਇਰਦ ਗਿਰਦ ਚੌਗਿਰਦ ਜਿਹੜਾ ਮਾਇਆ ਕਾਲ ਲੈ ਕੇ ਤੁਰਿਆ, ਇਹਦੇ ਨਾਲ ਦੁੱਖ ਮਿਲਦਾ। ਇਸੇ ਕਰਕੇ ਇਹ ਜਿਹੜੇ ਰਾਮ ਰੂਪ ਗੁਰੂ ਅਰਜਨ ਦੇਵ ਪਾਤਸ਼ਾਹ ਜਿਨ੍ਹਾਂ ਨੇ ਬਾਣੀ ਰਚਿਤ ਕੀਤੀ, ਉਹ ਵੀ ਇਹੀ ਕਹਿ ਰਹੇ ਨੇ, ਤਾਤੀ ਵਾਹ ਨਾ ਲੱਗ ਗਈ ਪਾਰ ਬ੍ਰਹਮ ਸ਼ਰਨਾਈ। ਨਾਲ ਦੱਸਦੇ ਨੇ ਕਿ ਕਿਹੜੇ ਕੰਮ ਕਰਕੇ ਤੁਹਾਨੂੰ ਸਾਡੇ ਵਰਗੇ ਜੀਵਾਂ ਨੂੰ ਤਾਤੀ ਵਾਹ ਨਹੀਂ ਲੱਗ ਸਕਦੀ, ਪਰੇਸ਼ਾਨੀ ਨਹੀਂ ਆ ਸਕਦੀ। ਪਾਰ ਬ੍ਰਹਮ ਦੀ ਸ਼ਰਨ 'ਚ ਗਏ ਤੇ ਕੀ ਹੁੰਦਾ, ਚੌਗਿਰਦ ਹਮਾਰੇ ਰਾਮ ਕਾ। ਉਹਨੂੰ ਫਿਰ ਜਦੋਂ ਆਭਾਸ ਕਰਨ ਲੱਗ ਜਾਂਦੇ ਹਾਂ ਕਿ ਤੂੰ ਜੋ ਕੋਈ ਵੀ ਹੈ ਮੇਰੇ ਅੰਗ ਸੰਗ ਹੈ, ਤੇ ਜਦੋਂ ਅੰਗ ਸੰਗ ਆਭਾਸ ਕਰਦੇ ਹਾਂ, ਦੁੱਖ ਲੱਗੇ ਨਾ ਪਾਈ ਸਾਨੂੰ। ਫਿਰ ਦੁੱਖ ਕੋਈ ਆਭਾਸ, ਦੁੱਖ ਸਾਨੂੰ ਕੋਈ ਪਰੇਸ਼ਾਨੀ ਨਹੀਂ ਕਰਦਾ, ਦੁੱਖ ਸਾਨੂੰ ਛੂ ਵੀ ਨਹੀਂ ਸਕਦਾ। ਅਸੀਂ ਜੋ ਦੁੱਖ ਮੰਨ ਕੇ ਬੈਠੇ ਹਾਂ, ਅੱਜ ਪੈਸਾ ਹੈ ਤੇ ਸੁੱਖ ਹੈ, ਪੈਸਾ ਨਹੀਂ ਹੈ ਤੇ ਦੁੱਖ ਹੈ, ਸਿਹਤ ਠੀਕ ਹੈ ਤੇ ਸੁੱਖ ਹੈ, ਸਿਹਤ ਠੀਕ ਨਹੀਂ ਹੈ ਤੇ ਦੁੱਖ ਹੈ, ਪਤੀ ਪਤਨੀ ਨੂੰ ਚੰਗੀ ਤਰ੍ਹਾਂ ਬੁਲਾ ਰਿਹਾ, ਉਹ ਸੁੱਖ ਹੈ, ਪਤੀ ਪਤਨੀ ਦੇ ਥੱਲੇ ਨਹੀਂ ਲੱਗਿਆ, ਪਤਨੀ ਪਤੀ ਦੇ ਥੱਲੇ ਨਹੀਂ ਲੱਗੀ, ਉਹ ਦੁੱਖ ਹੈ ਜੀਵਨ ਦਾ। ਸੰਤਾਨ ਹੈ, ਆਗਿਆਕਾਰੀ ਹੈ, ਕਹਿਣੇ 'ਚ ਹੈ, ਉਹ ਸਾਡਾ ਸੁੱਖ ਹੈ, ਕਹਿਣੇ 'ਚ ਨਹੀਂ ਹੈ, ਉਹ ਸਾਡਾ ਦੁੱਖ ਹੈ। ਸੰਸਾਰ ਦੇ ਵਿੱਚ, ਦੁਨੀਆ ਦੇ ਵਿੱਚ ਸਾਡਾ ਕੰਨਾਂ ਦਾ ਰਸ ਸਾਨੂੰ ਸੁਣਨ ਨੂੰ ਚੰਗਾ ਮਿਲ ਰਿਹਾ, ਜੀਵ ਸਾਡੇ ਬਾਰੇ ਚੰਗਾ ਬੋਲਦੇ ਨੇ, ਉਹ ਸਾਡੇ ਲਈ ਸੁੱਖ ਹੈ। ਜੇ ਕਿਸੇ ਨੇ ਮਾੜਾ ਬੋਲਤਾ, ਉਹ ਸਾਡੇ ਲਈ ਦੁੱਖ ਹੈ। ਸੰਸਾਰ ਦੇ ਵਿੱਚ ਜੀਵਾਂ ਨੇ ਸੁੱਖ ਦੁੱਖ ਨੂੰ ਤਾਂ ਇਹੀ ਸਮਝ ਕੇ ਰੱਖਿਆ। ਇਹ ਜਿਹੜਾ ਸੁੱਖ ਦੁੱਖ ਹੈਗਾ, ਇਹਨੂੰ ਕੋਈ ਵੀ ਨਹੀਂ ਰੋਕ ਸਕਦਾ। ਕਾਰਨ ਕਿ ਸਾਡੀਆਂ ਜਿਹੜੀਆਂ ਆਦਤਾਂ ਹੈਗੀਆਂ, ਸਾਡੇ ਜਿਹੜੇ ਕਰਮ ਹੈਗੇ ਨੇ, ਫਲ ਸਾਨੂੰ ਉਹੀ ਮਿਲਦਾ। ਜੋ ਜੀਵ ਕੰਨਾਂ ਦਾ ਰਸ ਰੱਖਦਾ ਹੈ, ਜੋ ਜੀਵ ਆਪਣੀ ਅੱਛਾਈ ਸੁਣਨ ਦੀ ਇੱਕ ਆਦਤ ਪਾ ਚੁੱਕਾ ਹੈ, ਉਹਨੂੰ ਇਹ ਯਾਦ ਰੱਖਣਾ ਚਾਹੀਦਾ ਕਿ ਇੱਕ ਦਿਨ ਇਹ ਚੰਗਿਆਈ ਜੋ ਬੋਲ ਰਿਹਾ ਹੈ, ਮੰਦਾ ਵੀ ਬੋਲੇਗਾ। ਇਹ ਆਦਤ ਜੀਵ ਨੂੰ ਪਾ ਕੇ ਰੱਖਣੀ ਚਾਹੀਦੀ ਜੀਵਨ 'ਚ। ਪਰ ਤਾਂ ਆਦਤ ਆਪਣੀ ਹੈ, ਕਰਮ ਆਪਣੇ ਬੀਜੇ ਜਾ ਰਹੇ, ਕੰਨਾਂ ਦਾ ਰਸ ਲੈ ਰਹੇ ਹਾਂ। ਪਰ ਜਿਸ ਦਿਨ ਕਿਸੇ ਨੇ ਮੰਦਾ ਚੰਗਾ ਬੋਲ ਦਿੱਤਾ, ਉਸ ਦਿਨ ਸਾਡੇ ਲਈ ਦੁੱਖ ਹੋ ਗਿਆ। ਪਰ ਰੱਬ ਦੇ ਘਰ ਦੇ ਵਿੱਚ ਇਹ ਸੁੱਖ ਜਾਂ ਦੁੱਖ ਨਹੀਂ ਹੈ। ਉਹ ਤਾਂ ਕਹਿੰਦੇ ਨੇ, ਜੋ ਰਾਜ ਦੇ ਤਾਂ ਕਵਨ ਵਡਾਈ, ਜੋ ਭੀਖ ਮੰਗਾਵੈ ਤਾਂ ਕਿਆ ਕੱਟ ਜਾਈ। ਉਹ ਫਿਰ ਸਮਝਾਉਂਦੇ ਨੇ ਸਾਨੂੰ ਕਿ ਜੇ ਉਹਨੇ ਰਾਜ ਵੀ ਦਿੱਤਾ ਤੇ ਉਹਦੀ ਕਿਰਪਾ, ਕੰਨਾਂ ਦਾ ਰਸ ਨਾ ਲਵੇ ਜੀ। ਜੋ ਭੀਖ ਮੰਗਾਈ ਤਾਂ ਕਿਆ ਕੱਟ ਜਾਈ। ਉਹ ਜਿਹੜੇ ਕੰਨਾਂ ਦਾ ਰਸ ਸੁਣ ਰਹੇ ਨੇ, ਜੇ ਕਿਸੇ ਨੇ ਕਹਿ ਦਿੱਤਾ ਤੂੰ ਰੱਬ ਹੈ, ਉਹ ਰੱਬ ਬਣ ਕੇ ਬਹਿ ਗਏ। ਸਾਨੂੰ ਕਿਸੇ ਨੇ ਕਹਿ ਦਿੱਤਾ ਕਿ ਤੁਸੀਂ ਬਹੁਤ ਚੰਗੇ ਹੋ, ਅਸੀਂ ਮੰਨ ਕੇ ਬਹਿ ਗਏ। ਅਤੇ ਜਿਸ ਦਿਨ ਮੰਦਾ ਬੋਲ ਦਿੱਤਾ, ਅਸੀਂ ਬੁਰਾ ਮੰਨ ਕੇ ਬਹਿ ਗਏ। ਇਹ ਸਾਡਾ ਦੁੱਖ ਹੋ ਗਿਆ। ਪੈਸਾ ਹੈ, ਕਿਹਾ ਜਾਂਦਾ ਹੱਥਾਂ ਦੀ ਮੈਲ ਹੈ, ਮਾਇਆ ਹੈ, ਪੈਸਾ ਕਿਸੇ ਦਾ ਸਕਾ ਨਹੀਂ, ਸਭ ਜਾਣਦੇ ਹਾਂ। ਅਤੇ ਜਦੋਂ ਪੈਸਾ ਆਉਂਦਾ, ਉਹ ਸਾਡੇ ਲਈ
ਸੁੱਖ ਹੈ, ਤੇ ਜਿੱਦਣ ਪੈਸਾ ਨਹੀਂ ਉਹ ਅਸੀਂ ਦੁੱਖ ਮੰਨ ਕੇ ਰੱਖ ਲਿਆ, ਉਹ ਦੁੱਖ ਹੋ ਗਿਆ। ਇਸ ਸੁੱਖ ਦੁੱਖ ਨੂੰ ਕੋਈ ਰੱਬ ਨਹੀਂ ਕੱਟ ਸਕਦਾ। ਸਿਹਤ ਜਦੋਂ ਚੰਗੀ ਹੈ ਸਾਡੇ ਲਈ ਸੁੱਖ ਹੈ, ਜਦੋਂ ਸਿਹਤ ਚੰਗੀ ਹੈ ਤਾਂ ਸਿਹਤ ਦਾ ਖਿਆਲ ਨਹੀਂ ਕੀਤਾ, ਤੇ ਜਦੋਂ ਸਿਹਤ ਖਰਾਬ ਹੋ ਗਈ, ਦੁੱਖ ਲੱਗ ਗਿਆ, ਤੇ ਉਹ ਸਾਡੇ ਲਈ ਦੁੱਖ ਹੋ ਗਿਆ। ਇਹਦੇ ਵਿੱਚ ਕੋਈ ਰੱਬ ਕਿੱਦਾਂ ਮਦਦ ਕਰੇਗਾ? ਇਹ ਤਾਂ ਸਾਨੂੰ ਆਪਣੇ ਸਮਕਸ਼ ਦਿਖ ਰਿਹਾ ਹੈਗਾ ਕਿ ਇਹ ਮਾਇਆ ਰੂਪ ਹੈਗਾ। ਜਦੋਂ ਧੁੱਪ ਛਾਂ ਇੱਕ ਥਾਂ 'ਤੇ ਉਹੀ ਜਗ੍ਹਾ ਹੈਗੀ ਹੈ, ਧੁੱਪ ਵੀ ਆਉਂਦੀ ਹੈ, ਛਾਂ ਵੀ ਆਉਂਦੀ ਹੈ, ਉਹੀ ਜਗ੍ਹਾ 'ਤੇ ਦਿਨ ਵੀ ਆਉਂਦਾ, ਰਾਤ ਵੀ ਆਉਂਦਾ। ਇਹ ਤਾਂ ਕੁਦਰਤ ਹੈ, ਕੁਦਰਤ ਨੂੰ ਕੌਣ ਰੋਕੇਗਾ? ਅਗਰ ਜੇ ਛਾਂ ਹੀ ਸਕੂਨ ਦਿੰਦੀ ਹੁੰਦੀ ਤਾਂ ਰੱਬ ਨੇ ਧੁੱਪ ਕਿਉਂ ਬਣਾਉਣੀ ਸੀ? ਸਾਡੇ ਜੀਵਨ ਦੇ ਵਿੱਚ ਰੱਬ ਨੇ ਧੁੱਪ ਕਿਉਂ ਦਿੱਤੀ? ਜੇ ਰਾਤ ਸਾਨੂੰ ਠੀਕ ਨਹੀਂ ਲੱਗਦੀ ਤੇ ਰਾਤ ਕਿਉਂ ਬਣਾਈ? ਜੇ ਦਿਨ ਠੀਕ ਨਹੀਂ ਲੱਗਦਾ ਦਿਨ ਕਿਉਂ ਬਣਾਇਆ? ਕਾਰਨ ਹੈ ਕੁਦਰਤ ਹੈ, ਕੁਦਰਤ ਨੂੰ ਰੋਕ ਨਹੀਂ ਸਕਦਾ ਰੱਬ। ਪਰ ਅਸੀਂ ਜਿਸ ਕੁਦਰਤ ਦੇ ਵਿੱਚ ਅਸੀਂ ਜੇ ਆਲਸੀ ਹਾਂ, ਸਾਨੂੰ ਸੋਣਾ ਚੰਗਾ ਲੱਗਦਾ ਹੈ, ਘਰ 'ਚ ਮਾਲ ਖਜ਼ਾਨੇ ਭਰੇ ਪਏ, ਪੈਸਾ ਧੇਲਾ ਬਹੁਤ ਹੈ, ਅਸੀਂ ਸੁੱਤੇ ਹੀ ਰਹਿਣਾ ਚਾਹਾਂਗੇ, ਆਲਸ ਦੇ ਵਿੱਚ ਵਿਲੀਨ ਰਹਿਣਾ ਚਾਹਾਂਗੇ, ਫਿਰ ਸਾਨੂੰ ਦਿਨ ਚੜ੍ਹਦਾ ਹੋਇਆ ਚੰਗਾ ਨਹੀਂ ਲੱਗੇਗਾ। ਸਾਡੀ ਅਰਜ਼ੋਈ ਇਹੀ ਹੋਏਗੀ, ਅਰਦਾਸ ਇਹੀ ਹੋਏਗੀ ਰੱਬ ਦੇ ਘਰ 'ਚ ਕਿ ਦਿਨ ਨਾ ਚੜ੍ਹੇ। ਪਰ ਦਿਨ ਚੜ੍ਹਨ ਤੋਂ ਕੌਣ ਰੋਕੇਗਾ? ਕੁਦਰਤ ਹੈ। ਤੇ ਜਿਹੜਾ ਘਰ ਦੇ ਵਿੱਚ ਆਪਣਾ ਖਰਚਾ ਨਹੀਂ ਚਲਾ ਪਾ ਰਿਹਾ, ਜਿਹਨੂੰ ਪਤਾ ਕਿ ਸਵੇਰ ਚੜ੍ਹੇਗੀ, ਕਮਾਉਣ ਜਾਵਾਂਗਾ ਤੇ ਆਪਣੇ ਘਰ ਦਾ ਖਰਚਾ ਚਲਾਵਾਂਗਾ, ਉਹ ਰਾਤ ਨੂੰ ਕੋਸੇਗਾ ਕਿ ਰਾਤ ਕਿਉਂ ਆ ਗਈ, ਮੈਂ ਪੈਸਾ ਨਹੀਂ ਕਮਾ ਸਕਦਾ। ਇਹ ਤੇ ਉਹ ਚੀਜ਼ਾਂ ਨੇ ਜਿਹੜੀਆਂ ਕੁਦਰਤ ਹੈਗੀਆਂ। ਅਸੀਂ ਉਹਦੇ ਵਿੱਚ ਵਿਲੀਨ ਹੋ ਕੇ ਉਹਨੂੰ ਹੀ ਸੁੱਖ ਦੁੱਖ ਸਮਝ ਲਿਆ। ਪਰ ਉਹ ਕਹਿੰਦੇ ਨੇ ਕਿ ਸੁੱਖ ਤੇ ਦੁੱਖ ਕਿਹੜਾ ਹੈ ਪਹਿਲਾਂ ਸਮਝੇ ਜੀ। ਸੁੱਖ ਕੀ ਹੈ, ਦੁੱਖ ਕੀ ਹੈ? ਸੁੱਖ ਉਹ ਹੈ ਜਿਹੜਾ ਉਹਦੀ ਯਾਦ 'ਚ ਬੀਤੇ, ਉਹਦੇ ਸਿਮਰਨ 'ਚ ਬੀਤੇ। ਔਖਾ ਨਹੀਂ। ਹੱਥ ਕਾਰ ਵੱਲੇ ਚਿੱਤ ਯਾਰ ਵੱਲੇ, ਚਿੱਤ ਯਾਰ ਵੱਲੇ ਚੌਗਿਰਦ ਹਮਾਰੇ ਰਾਮ ਕਾ। ਉਹ ਰਾਮ ਸਾਡੇ ਚੌਗਿਰਦ ਆ ਗਿਆ, ਸਾਡੇ ਅੰਗ ਸੰਗ ਰਹਿਣ ਲੱਗ ਗਿਆ। ਕਦੀ ਉਹਦੇ ਨਾਲ ਗੱਲਬਾਤ ਕਰਕੇ ਤੇ ਦੇਖੀਏ, ਕਦੀ ਸਮਝੀਏ ਤੇ ਸਹੀ ਕਿ ਉਹ ਚੌਗਿਰਦ ਹੈ। ਅਸੀਂ ਚੌਗਿਰਦ ਉਹਨੂੰ ਸਮਝਦੇ ਹਾਂ ਜੋ ਸਾਨੂੰ ਮਾਇਆ ਰੂਪ ਸਾਡੇ ਸਮਕਸ਼ ਦਿਖ ਰਿਹਾ। ਤੇ ਦੁੱਖ ਉਹ ਹੈ ਜਿਹੜੀ ਘੜੀ ਉਹ ਤੋਂ ਬਿਨਾਂ, ਉਹ ਤੋਂ ਦੂਰ ਹੋ ਕੇ ਅਸੀਂ ਬਿਤਾ ਰਹੇ ਹਾਂ, ਉਹ ਸਾਡਾ ਦੁੱਖ ਹੈ, ਉਹ ਸਾਡਾ ਕਾਲ ਹੈ। ਪਰ ਰੱਬ ਕੀ ਹੈ, ਰੱਬ ਕੀ ਸਮਝਾਉਣਾ ਚਾਹੁੰਦਾ, ਔਰ ਅਸੀਂ ਕੀ ਹਾਂ, ਅਸੀਂ ਕੀ ਸਮਝਣਾ ਚਾਹੁੰਦੇ ਹਾਂ, ਇਹ ਦੋਨਾਂ ਦੇ ਵਿੱਚ ਫਰਕ ਹੈ। ਇਹ ਦੋਨਾਂ ਦੇ ਵਿੱਚ ਫਰਕ ਹੈ। ਕੋਈ ਧਰਮ ਗ੍ਰੰਥ, ਕੋਈ ਮਹਾਂਪੁਰਸ਼ ਸਾਨੂੰ ਇਹ ਮਾਇਆ ਤੋਂ ਦੂਰ ਕਰਨ ਦੇ ਵਾਸਤੇ ਦੂਰ ਕਰਨ ਨੂੰ ਨਹੀਂ ਕਹਿੰਦਾ, ਪਰ ਉਸ ਤੋਂ ਬਾਵਜੂਦ ਉਹ ਕਹਿੰਦਾ ਹੈ ਇਹ ਮਾਇਆ ਠੱਗਣੀ ਹੈ, ਇਹ ਕਾਲ ਹੈ। ਜੀਵ ਇਹਦੇ ਵਿੱਚ ਨਾ ਰੁੱਝ, ਇਹਦੇ ਵਿੱਚ ਨਾ ਫਸ, ਇਹਦੇ ਵਿੱਚ ਦੁੱਖ ਤਕਲੀਫ ਹੈ, ਪਰੇਸ਼ਾਨੀ ਹੈ। ਕਿਸੇ ਵੀ ਮਹਾਂਪੁਰਸ਼ ਨੇ, ਕਿਸੇ ਧਰਮ ਗ੍ਰੰਥ ਨੇ ਪੈਸਾ ਕਮਾਉਣ ਤੋਂ, ਗ੍ਰਸਥ ਜੀਵਨ ਪਾਲਣ ਤੋਂ ਮਨਾ ਨਹੀਂ ਕੀਤਾ, ਪਰ ਉਹਨਾਂ ਨੇ ਇਸ ਚੀਜ਼ ਦਾ ਮਾਨਤਾ ਵੀ ਨਹੀਂ ਦਿੱਤੀ। ਉਹਨਾਂ ਨੇ ਅਖੀਰ ਇਹੀ ਕਿਹਾ ਕਿ ਇਹ ਜੋ ਦੁਨੀਆ ਸਹਿਰ ਮੇਲਾ, ਇਹ ਤੇ ਮੇਲਾ ਹੈਗਾ, ਮੇਲਾ ਹੈਗਾ। ਪਿੰਡ ਦੇ ਸ਼ਹਿਰ ਦੇ ਬਾਹਰ ਖਾਲੀ ਥਾਂ, ਖਾਲੀ ਸੀਗਾ, ਉਜਾੜ ਸੀਗਾ। ਸ਼ਹਿਰ 'ਚ ਬੁਨਿਆਦੀ ਹੋ ਗਈ, ਪਿੰਡ ਦੇ ਵਿੱਚ ਬੁਨਿਆਦੀ ਹੋ ਗਈ। ਅੱਜ ਘਰਾਂ ਦੇ ਬਾਹਰ ਮੇਲਾ ਲੱਗਣਾ ਹੈ। ਜਿਆਜੰਤ ਪਹੁੰਚ ਗਏ ਤੇ ਐਸੀਆਂ ਐਸੀਆਂ ਵਸਤੂਆਂ ਉੱਥੇ ਦੇਖੀਆਂ ਜਿਹੜੀਆਂ ਮਨ ਮੋਹਣ ਵਾਲੀਆਂ। ਹਾਰ ਸ਼ਿੰਗਾਰ ਕਰਕੇ ਜੀ ਉਸ ਮੇਲੇ 'ਚ ਪਹੁੰਚਿਆ। ਬਹੁਤ ਆਨੰਦ ਆਇਆ, ਬਹੁਤ ਆਨੰਦ ਆਇਆ। ਜਾਣ ਨੂੰ ਦਿਲ ਨਾ ਕਰੇ, ਚਲੀਏ, ਕੋਈ ਨਹੀਂ, ਅਜੇ 2 ਦਿਨ ਹੋਰ ਹੈਗਾ ਮੇਲਾ, ਫਿਰ ਆ ਜਾਵਾਂਗੇ। ਫਿਰ ਜੀਵ ਗਿਆ, ਫਿਰ ਗਿਆ। ਤੇ ਜਦੋਂ ਅਖੀਰਲੇ ਦਿਨ ਗਿਆ, ਉਸ ਤੋਂ ਅਗਲੇ ਦਿਨ ਦੇਖਿਆ ਤੇ ਮੇਲਾ ਚੱਕਿਆ ਗਿਆ। ਉਹ ਜਿਹੜਾ ਮੈਦਾਨ ਫਿਰ ਉਜਾੜ ਹੋ ਗਿਆ।
ਫਿਰ ਉਸੇ ਅਵਸਥਾ 'ਚ ਆ ਗਿਆ। ਇਹ ਹੈ ਜੀਵਨ ਦੀ ਸੱਚਾਈ। ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਮਹਾਂਪੁਰਸ਼ਾਂ ਨੇ ਕਿ ਜਿਵੇਂ ਉਹ ਮੇਲਾ ਮਨ ਨੂੰ ਮੋਹਦਾ ਹੈਗਾ ਪਰ ਹੱਥ ਨਹੀਂ ਆਉਂਦਾ, ਫਿਰ ਉਜਾੜ ਹੋ ਗਿਆ, ਉਹ ਚਲਾ ਗਿਆ। ਇਹੀ ਹੈ ਇਹ ਸੰਸਾਰ, ਇਹੀ ਹੈ ਇਹ ਦੁਨੀਆ, ਇਹੀ ਹੈ ਇਹ ਆਰ ਪਰਿਵਾਰ। ਮਾਣੀਏ ਪਰ ਰੁੱਝੀਏ ਨਾ, ਉਲਝੀਏ ਨਾ। ਇਹ ਹੈ ਮਹਾਂਪੁਰਸ਼ਾਂ ਦਾ ਸੁਨੇਹਾ ਜੋ ਸਾਨੂੰ ਸਮਝਾਉਣਾ ਚਾਹੁੰਦੇ ਨੇ। ਅਸੀਂ ਕਿਹੜਾ ਦੁੱਖ ਲੈ ਕੇ ਚੱਲੇ ਹਾਂ, ਕਿਹੜੀ ਪਰੇਸ਼ਾਨੀ ਲੈ ਕੇ ਚੱਲੇ ਹਾਂ, ਉਸ ਤੋਂ ਕੋਈ ਰੱਬ ਸਾਨੂੰ ਨਹੀਂ ਬਚਾ ਸਕਦਾ। ਕਾਰਨ ਉਹ ਨਾਲ ਦੇ ਨਾਲ ਉਹਨੇ ਦੱਸਿਆ ਹੈ ਪ੍ਰੋ ਐਂਡ ਕੌਨਸ, ਫਾਇਦੇ ਤੇ ਨੁਕਸਾਨ। ਇਸ ਚੀਜ਼ ਦੇ ਨਾਲ ਫਾਇਦਾ ਤੇ ਹੋਏਗਾ ਕੁਝ ਸਮੇਂ ਦਾ, ਪਰ ਨੁਕਸਾਨ ਲੰਮੇ ਸਮੇਂ ਦਾ ਹੈਗਾ ਜੋ ਜੀਵ ਨੂੰ ਭੁਗਤਣਾ ਪਏਗਾ। ਸਾਨੂੰ ਉਹਨਾਂ ਨੇ ਸਮਝਾ ਦਿੱਤਾ, ਦੱਸ ਦਿੱਤਾ। ਹੁਣ ਅਸੀਂ ਨਾ ਮੰਨਣ 'ਚ ਆਈਏ, ਸਾਨੂੰ ਨਾ ਮੰਨਣ 'ਚ ਆਵੇ, ਇਹ ਸਾਡੇ ਕਰਮ ਨੇ। ਤੇ ਜਦੋਂ ਅਸੀਂ ਸਮਝ ਜਾਵਾਂਗੇ ਕਿ ਚੌਗਿਰਦ ਹਮਾਰੇ ਰਾਮ ਕਾ, ਦੁੱਖ ਲਗੇ ਨਾ ਪਾਈ, ਦੁੱਖ ਲਗੇ ਨਾ ਪਾਈ। ਹੁਣ ਪਹਿਲਾਂ ਪਤਾ ਕਰੀਏ ਕਿ ਦੁੱਖ ਕੀ ਹੁੰਦਾ ਔਰ ਫਿਰ ਦੁੱਖ ਕਿਹੜਾ ਸਾਨੂੰ ਨਹੀਂ ਡੰਗੇਗਾ, ਕਿਹੜਾ ਸਾਨੂੰ ਪਰੇਸ਼ਾਨ ਨਹੀਂ ਕਰੇਗਾ। ਅਸੀਂ ਤੇ ਇਹ ਸਮਝਿਆ ਕਿ ਉਹ ਚਾਹੇ ਰਾਮ ਦੀ ਤੇ ਪਹਿਲਾਂ ਸੋਝੀ ਨਹੀਂ ਆਈ ਸਾਨੂੰ, ਉਸ ਤੋਂ ਬਾਅਦ ਉਹ ਰਾਮ ਦੇ ਕੋਲ ਅਸੀਂ ਦੁੱਖ ਕੀ ਲੈ ਕੇ ਗਏ ਕਿ ਮੈਨੂੰ ਕਾਰੋਬਾਰ ਦੇ ਦੇ। ਉਹਦਾ ਵਿਸ਼ਾ ਹੀ ਨਹੀਂ, ਉਹਦਾ ਵਿਸ਼ਾ ਹੀ ਨਹੀਂ। ਜੀਵ ਤੂੰ ਕੰਮ ਕਰ। ਜਦੋਂ ਪੁਰਾਣੇ ਸਮੇਂ 'ਚ ਖੇਤੀਬਾੜੀ ਹੁੰਦੀ ਸੀਗੀ, ਕਿਸਾਨ ਆਪਣੇ ਖੇਤਾਂ 'ਚ ਜਾ ਕੇ ਖੇਤੀਬਾੜੀ ਕਰਦਾ ਸੀ। ਤੇ ਕਿਸੇ ਦੇ ਕੋਲ ਅਗਰ ਛੋਟੀ ਜ਼ਮੀਨ ਹੈਗੀ ਹੈ, ਇੱਕ ਖੇਤ ਹੈ, ਉਹਨੇ ਫਸਲ ਬੀਜਣੀ, ਉਹਨੂੰ ਪਤਾ ਹੁੰਦਾ ਸੀ ਕਿ ਇਹ ਫਸਲ ਜਦੋਂ ਵੇਚਾਂਗੇ ਤੇ ਮੈਨੂੰ ਇੱਕ ਖੇਤ ਦੀ ਆਮਦਨ ਆਏਗੀ। ਕੋਈ ਉਹ ਹੁੰਦੇ ਸੀ ਜਿਨ੍ਹਾਂ ਕੋਲ ਅੱਧਾ ਖੇਤ ਹੁੰਦਾ ਸੀ, ਉਹ ਮਿਹਨਤ ਕਰਦੇ ਸੀ। ਉਹ ਮਿਹਨਤ ਕਰਨ ਤੋਂ ਬਾਅਦ ਉਹਨਾਂ ਨੂੰ ਪਤਾ ਹੁੰਦਾ ਸੀ ਕਿ ਮੈਨੂੰ ਆਮਦਨ ਇੰਨੀ ਆਏਗੀ। ਕਈ ਉਹ ਹੁੰਦੇ ਸੀ ਕਿ ਜਿਨ੍ਹਾਂ ਕੋਲ 5 ਖੇਤ ਨੇ, ਕੋਈ ਉਹ ਨੇ 10 ਖੇਤ ਨੇ। ਆਪੋ ਆਪਣੇ ਜੀਵਨ ਦੇ ਵਿੱਚ ਜਿੰਨੀ ਕਮਾਈ ਸੀ ਖੇਤੀਬਾੜੀ ਕਰਨੀ। ਤੇ ਕੁਝ ਉਹ ਹੁੰਦੇ ਸੀਗੇ ਜਿਹੜੇ ਉਹਨਾਂ ਕੋਲ ਖੇਤ ਨਹੀਂ ਹੁੰਦੇ ਸੀਗੇ, ਉਹ ਵੱਟੇ 'ਤੇ ਜ਼ਮੀਨ ਲੈਂਦੇ ਸੀਗੇ। ਕਿਸੇ ਨੇ ਅੱਧਾ ਖੇਤ ਲੈ ਲਿਆ, ਕਿਸੇ ਨੇ ਇੱਕ ਖੇਤ ਲੈ ਲਿਆ। ਹੁਣ ਜਦੋਂ ਮਿਹਨਤ ਕਰਦੇ ਸੀਗੇ, ਉਹਨਾਂ ਨੂੰ ਪਤਾ ਹੁੰਦਾ ਸੀ ਕਿ ਮੈਂ ਜੇ ਇੱਕ ਖੇਤ ਦੇ ਵਿੱਚ ਕਣਕ ਬੀਜੀ ਹੈ ਤੇ ਮੈਨੂੰ ਇਸ ਖੇਤ ਦੇ ਵਿੱਚੋਂ ਜੇ 50,000 ਰੁਪਏ ਦੀ ਕਣਕ ਵਿਕੇਗੀ ਤੇ 50,000 ਆਮਦਨ ਆਏਗੀ। ਤੇ ਉਹ 50,000 ਦੇ ਵਿੱਚ ਆਪਣਾ ਪਰਿਵਾਰ ਚਲਾਉਂਦਾ ਸੀ। ਉਹ ਦੂਰਅੰਦੇਸ਼ੀ ਰੱਖਦਾ ਹੁੰਦਾ ਸੀ ਜੀਵ ਕਿ 50,000 ਹੈ, ਇਹਦੇ ਵਿੱਚ ਦੁਬਾਰਾ ਮੈਂ ਫਸਲ ਵੀ ਬੀਜਣੀ ਹੈ, ਮੇਰੇ ਪਰਿਵਾਰ ਦਾ ਖਰਚਾ ਵੀ ਚੱਲਣਾ ਹੈ, ਮੇਰੇ ਹੋਰ ਖਰਚੇ ਵੀ ਚੱਲਣੇ ਨੇ, ਉਹ ਤੋਂ ਬਾਅਦ ਮੈਂ ਕੋਈ ਜਮ੍ਹਾਂ ਪੂੰਜੀ ਵੀ ਰੱਖਣੀ ਹੈ। ਉਹਨੂੰ ਪਤਾ ਹੁੰਦਾ ਸੀ। ਤੇ ਜਿੰਨੇ ਵੱਡੇ ਜ਼ਿਆਦਾ ਜ਼ਮੀਨ ਵਾਲੇ ਉਹਨਾਂ ਨੂੰ ਪਤਾ ਹੁੰਦਾ ਸੀ, ਤੇ ਜਿਨ੍ਹਾਂ ਨੇ ਵੱਟੇ 'ਤੇ ਲਈ ਹੈ ਉਹਨਾਂ ਨੂੰ ਪਤਾ ਹੁੰਦਾ ਸੀ ਕਿ ਮੈਂ ਇਸ ਖੇਤ ਦੇ ਵਿੱਚੋਂ ਆਪਣੇ ਪਰਿਵਾਰ ਦਾ ਖਰਚਾ ਵੀ ਕੱਢਣਾ, ਉਸ ਮਾਲਕ ਨੂੰ ਵੀ ਦੇਣਾ ਜੇ ਤੂੰ ਖੇਤ ਵੱਟੇ 'ਤੇ ਲਿਆ ਹੈਗਾ, ਠੇਕੇ 'ਤੇ ਲਿਆ। ਉਹ ਆਪਣੀ ਹਿਸਾਬ ਕਿਤਾਬ ਕਰਕੇ ਤੁਰਦੇ ਹੁੰਦੇ ਸੀਗੇ, ਉਹਨੂੰ ਪਤਾ ਹੁੰਦਾ ਸੀ। ਇਹ ਕਮੀ ਅੱਜ ਦੇ ਸਮੇਂ 'ਚ ਸਾਡੇ ਜੀਵਨ 'ਚ ਆ ਗਈ। ਅਸੀਂ ਆਪਣੀ ਆਮਦਨ ਦਾ ਹਿਸਾਬ, ਅੱਜ ਕਿਤੇ ਨੌਕਰੀ ਲੱਗੀ, ਨੌਕਰੀ ਲੱਗਦੇ ਹੀ ਕੋਈ ਗਾਰੰਟੀ ਨਹੀਂ ਹੈ ਨੌਕਰੀ ਕਿੰਨੇ ਸਮੇਂ ਦੀ ਚੱਲੇਗੀ, ਪਰ ਉਹ ਨੌਕਰੀ ਦੇ ਸਿਰ 'ਤੇ ਅਸੀਂ ਆਉਣ ਵਾਲੇ ਜੀਵਨ ਦਾ, ਆਉਣ ਵਾਲੇ ਸਮੇਂ ਦਾ ਖਰਚਾ ਵਧਾ ਲਿਆ। ਜਿੱਦਣ ਨੌਕਰੀ ਚਲੀ ਗਈ, ਉਹ ਜਿਹੜੇ ਖਰਚੇ ਪੈ ਗਏ ਉਹਨਾਂ 'ਚ ਫਸ ਗਏ, ਰੁੱਝ ਗਏ। ਮਾਇਆ ਨੇ ਮੋਹ ਲਿਆ, ਇਹ ਚੀਜ਼ਾਂ ਵਸਤੂਆਂ ਨੇ ਸਾਨੂੰ ਮੋਹ ਲਿਆ ਜਿਹੜੀਆਂ ਅਸੀਂ ਇਕੱਠੀਆਂ ਕਰਨ ਲੱਗੇ ਹੋਏ।